ਸੋਰਠ ਮਹੱਲਾ ਤੀਜਾ। ਘਰ ਪਹਿਲਾ। ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾਹੀ। ਹਉ ਮੈਂ ਜਗਤ ਦੁਖ ਰੋਗ ਵਿਆਪਿਆ, ਮਰ ਜਨਮੈ ਰੋਵੈ ਤਾਹੀ। ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾਹੀ। ਹਉ ਮੈਂ ਜਗਤ ਦੁਖ ਰੋਗ ਵਿਆਪਿਆ, ਮਰ ਜਨਮੈ ਰੋਵੈ ਤਾਹੀ। ਪ੍ਰਾਣੀ ਸਤਿਗੁਰ ਸੇਵ ਸੁਖ ਪਾਏ, ਸਤਿਗੁਰ ਸੇਵਹਿ ਤਾਂ ਸੁਖ ਪਾਵਹਿ, ਨਾਹਿ ਤਾਂ ਜਾਹੇਗਾ ਜਨਮ ਗਵਾਏ। ਰਹਾਉ ਤ੍ਰੈ ਗੁਣ ਧਾਤ ਬਹੁ ਕਰਮ ਕਮਾਵਹਿ, ਹਰ ਰਸ ਸਾਧ ਨਾ ਆਇਆ। ਸੰਧਿਆ ਤਰਪਣ ਕਰਹਿ ਗਾਇਤਰੀ, ਬਿਨ ਬੂਝੇ ਦੁਖ ਪਾਇਆ। ਸਤਿਗੁਰ ਸੇਵੇ ਸੋ ਵਡ ਭਾਗੀ, ਜਿਸਨੂੰ ਆਪ ਮਿਲਾਏ। ਹਰ ਰਸ ਪੀ ਜਨ ਸਦਾ ਤ੍ਰਿਪਤਾਸੇ, ਵਿਚਹੁ ਆਪ ਗਵਾਏ। ਇਹ ਜਗ ਅੰਧਾ ਸਭ ਅੰਧ ਕਮਾਵੈ, ਬਿਨ ਗੁਰ ਮਗ ਨਾ ਪਾਏ। ਨਾਨਕ ਸਤਿਗੁਰ ਮਿਲੈ ਤਾਂ ਅੱਖੀਂ ਵੇਖੈ, ਘਰੈ ਅੰਦਰ ਸੱਚ ਪਾਏ। ਇਹ ਜਗ ਅੰਧਾ ਸਭ ਅੰਧ ਕਮਾਵੈ, ਬਿਨ ਗੁਰ ਮਗ ਨਾ ਪਾਏ। ਨਾਨਕ ਸਤਿਗੁਰ ਮਿਲੈ ਤਾਂ ਅੱਖੀਂ ਵੇਖੈ, ਘਰੈ ਅੰਦਰ ਸੱਚ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ, ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਇਆ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਿਆ। ਸਾਡੇ ਵਾਸਤੇ ਪੁਨः
ਮੁੜ ਕੇ ਵਿਚਾਰ ਵਿਚਰੇ ਸ਼ਬਦ ਮਿਲਿਆ। ਸਾਨੂੰ ਕੱਲ ਵੀ ਇਹੀ ਸ਼ਬਦ ਮਿਲਿਆ ਸੀ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਿਛਾੜਾ। ਇਹਦਾ ਕੁਝ ਗਹਿਰਾ ਭਾਵ ਹੋਵੇਗਾ। ਅਸਾਂ ਉਸ ਨੂੰ ਸਮਝਣਾ ਹੈ, ਅਸੀਂ ਇਸ ਵਿਚਾਰ ਨੂੰ ਮੰਨਣਾ ਹੈ ਕਿ ਮਹਾਰਾਜ ਜੀ ਸਾਨੂੰ ਅਰਦਾਸ ਕਰਨ ਦੀ ਇੱਕ ਜੁਗਤ ਦਿੰਦੇ ਨੇ, ਇੰਝ ਅਰਦਾਸ ਕਰਿਆ ਕਰੋ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਦ ਪਿਛਾੜਨਾ। ਕਿਉਂਕਿ ਕਰਤਾ ਪੁਰਖ ਦਾ ਸੁਭਾਅ ਹੀ ਇਹ ਹੈ, ਅਸੀਂ ਜਿਤਨੇ ਵੀ ਜੀ ਇੱਥੇ ਆਉਂਦੇ ਹੈ ਸਾਡੀਆਂ ਗਿਣਤੀਆਂ ਮਿਣਤੀਆਂ ਨਹੀਂ ਕਰਦੇ। ਜੋ ਕੁਝ ਸਾਨੂੰ ਮਿਲਣਾ ਹੈ ਉਹ ਆਪਣੇ ਸੁਭਾਅ ਮੁਤਾਬਕ, ਆਪਣੇ ਬਖਸ਼ਿਸ਼ ਮੁਤਾਬਕ ਦਿੰਦੇ ਨੇ। ਨਹੀਂ ਤਾਂ ਇੱਥੇ ਬਹੁਤ ਸਾਰੇ ਸਿਆਣੇ ਮਨੁੱਖ ਵੀ ਆਉਂਦੇ ਨੇ, ਬਹੁਤ ਸਾਰੇ ਨਾਦਾਨ ਵੀ ਆਉਂਦੇ ਨੇ, ਬਹੁਤ ਸਾਰੇ ਉਹ ਲੋਕ ਵੀ ਆਉਂਦੇ ਨੇ ਜਿਨ੍ਹਾਂ ਨੇ ਕਈ ਗੁਨਾਹ ਕੀਤੇ ਹੁੰਦੇ ਨੇ, ਅਤੇ ਕਈ ਉਹ ਵੀ ਆਉਂਦੇ ਨੇ ਜਿਨ੍ਹਾਂ ਨੇ ਭਾਈ ਅਜੇ ਤੱਕ ਕੋਈ ਚੇਤਨਤਾ 'ਚ ਗਲਤੀ ਨਹੀਂ ਕੀਤੀ। ਸਭ ਨੂੰ ਉਹਨਾਂ ਦੀ ਬਖਸ਼ਿਸ਼ਾਂ ਮਿਲਦੀਆਂ ਨੇ। ਬਸ ਅਸੀਂ ਇਹ ਬੇਨਤੀ ਕਰਦੇ ਸੱਚੇ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਹੋ ਜਾਏ। ਔਰ ਗਿਆਨ ਦੇ ਸ਼ਿਖਰਲੇ ਪੱਖ 'ਚ ਗੱਲ ਕਹਿੰਦੇ, ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਜਿਸ ਕਰਤਾ ਪੁਰਖ ਜੀ ਨੇ ਸਾਡੇ ਇਸ ਸਰੀਰ ਵਿੱਚ ਜੀਓ ਪਾਇਆ, ਜੀਓ ਨੂੰ ਉਤਪੰਨ ਕੀਤਾ, ਪਿੰਡ ਦੇ ਵਿੱਚ ਸਾਜਿਆ। ਪਿੰਡ ਭਾਵ ਸਰੀਰ ਹੈ। ਜੇ ਜੀਓ ਨਾ ਪਵੇ ਤਾਂ ਪਿੰਡ ਥੋੜ੍ਹਾ ਹੈ, ਫਿਰ ਪਿੰਡ ਦੀ ਕੋਈ ਕੀਮਤ ਹੀ ਨਹੀਂ। ਸਰੀਰ ਦੀ ਤਾਂ ਕੀਮਤ ਹੀ ਉਹਨਾਂ ਚਿਰ ਹੈ ਜਿੰਨਾ ਚਿਰ ਵਿੱਚ ਜੀਓ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਅਤੇ ਸਜੇ ਹੋਏ ਪਿੰਡ ਨੂੰ ਦਿੱਤਾ ਪਹਿਨਣ ਖਾਣ। ਸਾਨੂੰ ਪਦਾਰਥ ਦਿੱਤੇ ਨਹੀਂ, ਖਾਣ ਪਿੰਡ ਹੰਡਾਉਣ ਲਈ ਦਿੱਤਾ ਹੈ। ਅਤੇ ਬੇਨਤੀ ਤਾਂ ਅਸੀਂ ਇੱਦਾਂ ਕਰ ਹੀ ਸਕਦੇ ਨੇ, ਆਪਣੇ ਦਾਸ ਕੀ ਆਪ ਪੈਜ ਰੱਖੇ, ਆਪਣੇ ਸੇਵਕਾਂ ਕੀ ਆਪੇ ਰੱਖਦੇ ਨੇ। ਇੱਕ ਬੜਾ ਪਿਆਰਾ ਜਿਹਾ ਬਚਨ ਇਹਦੇ ਨਾਲ ਜੁੜਦਾ ਆਪਾਂ ਪੜ੍ਹ ਸਕਦੇ ਨੇ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕੀ, ਤਹਾਂ ਤਹਾਂ ਉਠਤਾਵੈ। ਗੁਰਦੇਵ ਕਿਰਪਾ ਕਰਨ ਇਹਨਾਂ ਭਾਵਾਂ ਦੇ ਵਿੱਚ ਅਸੀਂ ਟਿਕ ਸਕੀਏ। ਅਤੇ ਇਹਨਾਂ ਭਾਵਨਾਤਮਕ ਮੰਡਲ ਜਦੋਂ ਸਾਡਾ ਸਿਰਜਿਆ ਜਾਂਦਾ ਹੈ, ਫਿਰ ਇਹਨਾਂ ਵਿਚਾਰਾਂ ਦਾ ਪ੍ਰਭਾਵ ਜ਼ਿਆਦਾ ਪੈਂਦਾ ਹੈ। ਕਿਉਂਕਿ ਅਸਾਂ ਦਾ ਜੋ ਜੀਵਨ ਹੈ ਨਾ ਭਾਵਨਾਵਾਂ ਦੇ ਸਦਕੇ ਹੈ। ਸਮਾਜਿਕ ਜੀਵਨ ਵੀ, ਪਰਿਵਾਰਕ ਜੀਵਨ ਵੀ ਭਾਵਨਾਵਾਂ ਦੇ ਸਦਕੇ ਚੱਲਦਾ ਹੈ, ਫੀਲਿੰਗ ਦੇ ਸਦਕੇ ਚੱਲਦਾ ਹੈ। ਭਾਵਨਾਵਾਂ ਸਾਡੀਆਂ ਹੌਲੀ ਹੌਲੀ ਪਵਿੱਤਰ ਹੋ ਜਾਣ, ਨਿਰਮਲ ਹੋ ਜਾਣ, ਭਾਵਪੂਰਤ ਵਿਚਾਰ ਬਣ ਜਾਣ, ਫਿਰ ਸਾਡੀ ਫੀਲਿੰਗ ਗਹਿਰੀ ਹੁੰਦੀ ਹੈ। ਜੇ ਸਾਡੀਆਂ ਭਾਵਨਾਵਾਂ ਵਿਨਾਸ਼ਕਾਰੀ ਹੋਵਣ, ਵਿਕਾਰ ਵਾਲੀਆਂ ਹੋਵਣ, ਜੋ ਸਾਡੀਆਂ ਜਿਹੜੇ ਫੀਲਿੰਗਸ ਨੇ ਨਾ, ਅਨੁਭਵ ਸਾਡੇ ਉਹ ਨਕਾਰਾਤਮਕ ਹੋ ਜਾਂਦੇ, ਨੈਗੇਟਿਵਿਟੀ ਨਾਲ ਭਰ ਜਾਂਦੇ ਨੇ। ਫਿਰ ਸਾਨੂੰ ਚੰਗੇ ਥਾਂ 'ਤੇ ਜਾ ਕੇ ਵੀ ਚੰਗੀਆਂ ਗੱਲਾਂ ਦਾ ਅਨੁਭਵ ਨਹੀਂ ਹੁੰਦਾ। ਔਰ ਸਾਡੇ ਸਾਰੇ ਸਰੂਪ ਨੂੰ ਅੱਗੇ ਜਾ ਕੇ ਇਸੇ ਰਾਗ 'ਚ ਜ਼ਿਕਰ ਵੀ ਹੈ, ਸੁਖੀ ਏਕੋ ਪੇਖੈ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਅਗਰ ਮਨੁੱਖ ਅੰਦਰੋਂ ਸੁਖੀ ਹੈ ਤਾਂ ਉਹਨੂੰ ਸੁੱਖ ਨਜ਼ਰ ਆਉਂਦਾ ਹੈ। ਜਿਹੜਾ ਅੰਦਰੋਂ ਦੁਖੀ ਹੈ, ਰੋਗੀ ਹੈ, ਉਹਨੂੰ ਸਾਰਾ ਸੰਸਾਰ ਰੋਗੀਆਂ ਦਾ ਨਜ਼ਰ, ਵਿਕਾਰੀਆਂ ਦਾ ਨਜ਼ਰ ਆਉਂਦਾ ਹੈ। ਇਸੇ ਕਰਕੇ ਸਤਿਗੁਰੂ ਸਾਨੂੰ ਬਾਰ-ਬਾਰ ਰੋਕਦੇ ਨੇ, ਭਾਈ ਠਹਿਰ ਜਾਓ। ਜੋ ਮਨ ਭਟਕਦਾ ਜੇ, ਇੱਧਰ ਉੱਧਰ ਜਾਂਦਾ ਨੇ, ਮਨ ਨੂੰ ਟਿਕਾ ਲਓ। ਮਨ ਨੂੰ ਟਿਕਾ ਕੇ ਆਪ ਬੇਨਤੀ ਕਰਿਆ ਕਰੋ। ਇਹ ਗੱਲ ਸਾਨੂੰ ਸਮਝ ਆ ਜਾਏ। ਅਸੀਂ ਕਈ ਵਾਰ ਆਪਣੀ ਗੱਲ ਕਰਦੇ ਹਾਂ, ਮੈਂ ਇੱਦਾਂ ਕਰਨਾ ਚਾਹੁੰਦਾ ਹਾਂ, ਮੈਂ ਏਕਤਾ ਨਹੀਂ ਕਰਨਾ ਚਾਹੁੰਦਾ, ਮੇਰਾ ਮਨ ਮੰਨਦਾ ਹੈ, ਮੇਰਾ ਮਨ ਨਹੀਂ ਮੰਨਦਾ। ਅਸੀਂ ਦਾਰਸ਼ਨਿਕ ਮੰਡਲ 'ਚ ਗੱਲ ਸਮਝ ਲਈਏ ਕਿ ਮੈਂ ਅਤੇ ਮੇਰਾ ਮਨ ਅਲੱਗ-ਅਲੱਗ ਹਾਂ। ਮੇਰੀਆਂ ਜ਼ਰੂਰਤਾਂ ਜੋ ਹੈ ਨੇ, ਮਨ ਉਹਨਾਂ ਨੂੰ ਉਸ ਰੂਪ 'ਚ ਨਹੀਂ ਮੰਨਦਾ। ਮਨ ਆਪਣੇ ਢੰਗ ਨਾਲ ਕੰਮ ਕਰਦਾ ਹੈ, ਔਰ ਬਹੁਤ ਵਾਰੀ ਸਾਡੇ ਉੱਤੇ ਮਨ ਹਾਵੀ ਹੋ ਜਾਂਦਾ ਹੈ। ਅਸੀਂ ਕਹਿੰਦੇ ਹਾਂ ਚਾਹੀਦਾ ਤਾਂ ਇੱਦਾਂ ਨਹੀਂ ਕਰਨਾ, ਪਰ ਕੀ ਕਰੀਏ, ਮਨ ਨਹੀਂ ਮੰਨਦਾ। ਕਈ ਵਾਰ ਦੂਜੇ ਵਿਅਕਤੀਆਂ ਪ੍ਰਤੀ ਜੋ ਸਾਡੇ ਨਜ਼ਦੀਕੀ ਸੰਬੰਧੀ ਹੁੰਦੇ, ਜੋ ਰਿਸ਼ਤਾ ਕਹਿੰਦੇ ਆ, ਸਾਡੇ ਨਜ਼ਦੀਕੀ ਸੰਬੰਧੀ ਹੁੰਦੇ ਨੇ, ਉਹਨਾਂ ਦੇ ਪ੍ਰਤੀ ਸਾਡੇ ਮਨ ਨੇ ਕੁਝ ਭਾਵਨਾਵਾਂ ਬਣਾ ਲਈਆਂ ਹੁੰਦੀਆਂ ਨੇ। ਉਹ ਚੰਗੀਆਂ ਵੀ ਹੋ ਸਕਦੀਆਂ ਨੇ, ਉਹ ਮੰਦੀਆਂ ਵੀ ਹੋ ਸਕਦੀਆਂ ਨੇ। ਅਤੇ ਜਦੋਂ ਉਹ ਵਿਅਕਤੀ ਸਾਡੇ ਨੇੜੇ ਆਉਂਦਾ ਹੈ, ਸਾਡਾ ਮਨ ਆਪਣੀਆਂ ਭਾਵਨਾਵਾਂ ਦੀ ਢਾਲ ਅੱਗੇ ਕਰ ਦਿੰਦਾ ਹੈ।
ਫਿਰ ਉਹਨਾਂ ਚੰਗੀਆਂ ਤੇ ਮੰਦੀਆਂ ਭਾਵਨਾਵਾਂ ਦੇ ਸਦਕੇ ਹੀ ਅਸੀਂ ਉਸ ਮਨੁੱਖ ਨੂੰ ਜਾਣਨ ਦਾ ਯਤਨ ਕਰਦੇ ਹਾਂ। ਉਹਦੇ ਬਾਰੇ ਅਸੀਂ ਇਹੋ ਜਿਹੇ ਜੱਜਮੈਂਟ ਬਣਾ ਲੈਂਦੇ ਹਾਂ, ਇਹੋ ਜਿਹੇ ਵਿਚਾਰ ਪ੍ਰਪੱਕ, ਉਹ ਫਲਾਣਾ ਬੰਦਾ ਇੱਦਾਂ ਦਾ ਹੀ ਹੈ, ਭਾਵੇਂ ਉਹ ਇੱਦਾਂ ਦਾ ਹੈ ਜਾਂ ਨਹੀਂ, ਪਰ ਅਸੀਂ ਬਣਾ ਲੈਂਦੇ। ਇਸੇ ਕਰਕੇ ਸਿਆਣੇ ਕਹਿੰਦੇ ਨੇ ਕਦੇ ਵੀ ਕਿਸੇ ਦੇ ਬਾਰੇ ਪ੍ਰੀ ਜੱਜਮੈਂਟ ਮਤ ਕਰਿਆ ਕਰੋ। ਆਪਣੇ ਮਨ ਦੇ ਸੰਕਲਪਾਂ ਨੂੰ, ਆਪਣੇ ਮਨ ਦੇ ਇਹਨਾਂ ਫੁਰਨਿਆਂ ਨੂੰ ਰੋਕ ਕੇ ਰੱਖਿਆ ਕਰੋ, ਕਿਉਂਕਿ ਮਨ ਸਾਡੇ 'ਤੇ ਹਾਵੀ ਨਾ ਹੋ ਜਾਏ। ਇਸ ਕਰਕੇ ਸਾਨੂੰ ਮਜ਼ਬੂਤ ਹੋਣਾ ਪਏਗਾ। ਔਰ ਇਹੀ ਗੱਲਾਂ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਭਾਈ ਜੇ ਤੂੰ ਮਨ ਨੂੰ ਜਿੱਤਣਾ ਹੈ, ਮਨ ਨੂੰ ਮਜ਼ਬੂਤੀ ਨਾਲ ਆਪਣੇ ਵੱਸ ਕਰਨਾ, ਫਿਰ ਤੈਨੂੰ ਸਤਿਗੁਰੂ ਦੀ ਸਹਾਰਾ ਚਾਹੀਦਾ, ਕਿਉਂਕਿ ਮਨ ਬਹੁਤ ਬਲਵਾਨ ਹੈ। ਅਤੇ ਮਨ ਦੇ ਨਾਲ ਜਦੋਂ 5 ਵਿਕਾਰ ਹੋਰ ਜੁੜ ਜਾਂਦੇ ਨੇ, ਅਤੇ ਫਿਰ ਬਹੁਤ ਬਲਵਾਨ ਹੋ ਜਾਂਦੇ, ਬਹੁਤ ਤਕੜੀ ਤਾਕਤ ਹੋ ਜਾਂਦੀ ਹੈ। ਔਰ ਉਸ ਤਾਕਤ ਨੂੰ ਹਰਾਉਣਾ ਸਾਡੇ ਇਕੱਲੇ ਜੀ ਦੇ ਵੱਸ ਦੀ ਗੱਲ ਨਹੀਂ ਗੀ। ਇਸੇ ਕਰਕੇ ਇੱਕ ਬਚਨ ਵੀ ਅਸੀਂ ਅਰਦਾਸ ਵਿੱਚ ਕਦੇ ਕਦੇ ਇਸ ਨੂੰ ਵਰਤ ਲੈਂਦੇ ਹੁੰਦੇ ਹਾਂ, ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਨਹਾਰੇ। ਮਹਾਰਾਜ ਇਹਨਾਂ 5 ਵਿਕਾਰਾਂ ਤੋਂ, ਤੇ ਇਹਨਾਂ 5 ਵਿਕਾਰਾਂ ਦੇ ਪਿੱਛੇ ਖੜਾ ਹੈ ਮਨ, ਇਹਨਾਂ ਤੋਂ ਮੈਨੂੰ ਰੱਖ ਲਓ, ਬਚਾ ਲਓ। ਤੇ ਸਤਿਗੁਰੂ ਮਾਤਾ ਨੇ ਜੇ ਬਚਣਾ ਹੈ ਇਸ ਪ੍ਰਭਾਵ ਤੋਂ, ਤੇ ਕੰਮ ਕਰ ਕੀ ਕਰਾਂ ਜੀ, ਸਤਿਗੁਰੂ ਦੀ ਸ਼ਰਨ ਆ ਜਾ। ਸਤਿਗੁਰੂ ਦੀ ਸ਼ਰਨ ਆ ਜਾਵਾਂਗੇ ਤਾਂ ਫਿਰ ਕੀ ਹੋਏਗਾ, ਕਿਉਂਕਿ ਫਿਰ ਜੋ ਮਾਇਆ ਦਾ ਪ੍ਰਭਾਵ ਹੈ ਤੇਰੇ 'ਤੇ ਨਹੀਂ ਪਏਗਾ। ਪੁਰਾਣੀਆਂ ਜਨਮ ਸਾਖੀਆਂ ਪੜ੍ਹਦੇ ਹਾਂ, ਸ਼ਾਇਦ ਆਪਨੇ ਕਦੇ ਇੱਕ ਪੁਰਾਣੀ ਜਨਮ ਸਾਖੀ ਭਾਈ ਬਾਲੇ ਵਾਲੀ, ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਸਾਹਿਬ ਦਾ ਇੱਕ ਸੰਵਾਦ ਹੈ ਤਾਂ ਦਾਰਸ਼ਨਿਕ ਤਰੀਕੇ ਦਾ। ਉਹਨੂੰ ਕਹੀਏ ਵੀ ਕਿਹੜੇ ਨਗਰ, ਕਿਹੜੇ ਸ਼ਹਿਰ 'ਚ ਹੋਇਆ, ਅਸੀਂ ਨਹੀਂ ਲੱਭ ਪਾਵਾਂਗੇ, ਕਿਉਂਕਿ ਉਹ ਦਾਰਸ਼ਨਿਕ ਮੰਡਲਾਂ ਦੀ ਸਾਖੀਆਂ ਨੇ। ਉਸ ਦਾਰਸ਼ਨਿਕਤਾ ਦੇ ਵਿੱਚ ਇੱਕ ਜ਼ਿਕਰ ਹੈ ਕਿ ਜੋ ਕਲਹ ਹੈ ਨਾ, ਮਾਇਆਵੀ ਤਾਕਤ ਜਿਸ ਦੇ ਕਰਕੇ ਕਲਾ ਪੈਦਾ ਹੁੰਦੀ, ਕਲ ਉਹ ਸਤਿਗੁਰ ਦੇ ਸਨਮੁਖ ਆ ਜਾਂਦੀ ਹੈ, ਅਤੇ ਉਹਦੇ ਪਿੱਛੇ ਪਿੱਛੇ ਨਾਰਦ ਵੀ ਆ ਜਾਂਦਾ ਹੈ। ਕਹਿੰਦੇ ਨਾ ਨਾਰਦ ਕਲਹ ਕਲੇਸ਼ ਲੈ ਕੇ ਹੁੰਦਾ, ਨਾਰਦ ਦੇ ਸਦਕੇ ਕਲਾ ਕਲੇਸ਼ ਚੱਲਦੀ ਹੈ। ਨਾਰਦ ਅਤੇ ਕਲਾ ਗੁਰੂ ਨਾਨਕ ਸਾਹਿਬ ਦੇ ਸਨਮੁਖ ਆਉਂਦੇ ਨੇ, ਸੰਵਾਦ ਹੁੰਦਾ ਹੈ। ਨਾਰਦ ਸਮਝਾਉਂਦੇ ਨੇ ਕਲਾ ਨੂੰ ਵੀ ਤੂੰ ਇੱਥੇ ਕਿਉਂ ਆਈ, ਇੱਥੇ ਤੇ ਨਾਨਕ ਹੈ, ਅਤੇ ਨਾਨਕ ਦੇ ਅੱਗੇ ਤੇਰੀ ਤੇ ਪੇਸ਼ ਚੱਲਣੀ ਕੋਈ ਨਹੀਂ, ਤੂੰ ਜਾ ਇੱਥੋਂ। ਕਲਾ ਜਿੱਦ ਕਰਦੀ, ਹੱਠ ਕਰਦੀ ਪਈ, ਨਹੀਂ ਮੈਨੂੰ ਇੱਕ ਚੀਜ਼ ਸਮਝਾਓ ਕਿ ਮੈਂ ਆਪਣੀ ਮਰਜ਼ੀ ਨਾਲ ਤੇ ਵਰਤਦੀ ਨਹੀਂ, ਮੈਨੂੰ ਤਾਂ ਇੱਕ ਦਰਗਾਹੀ ਹੁਕਮ ਹੈ, ਅਤੇ ਉਹ ਦਰਗਾਹੀ ਹੁਕਮ ਦੇ ਸਦਕੇ ਮੈਂ ਰਚਿਆ ਨਾ, ਮੇਰੀ ਕਰਤੇ ਨੇ ਕੀਤੀ ਹੈ, ਈਸ਼ਵਰੀ ਰਚਨਾ ਹਾਂ ਮੈਂ, ਇਸ ਕਰਕੇ ਮੈਂ ਤਾਂ ਚੱਲਦੀ ਸਮੇਂ ਦੇ ਮੁਤਾਬਕ। ਜਿਹਨੂੰ ਤੁਸੀਂ ਕਲ ਯੁੱਗ ਕਹਿੰਦੇ ਹੋ, ਮੇਰਾ ਯੁੱਗ ਹੈ, ਇੱਥੇ ਕਲੇਸ਼ ਦਾ ਭਰਿਆ, ਕਲਾ ਦਾ ਭਰਿਆ ਯੁੱਗ ਮੇਰਾ ਯੁੱਗ ਹੈ। ਮੇਰੇ ਸਮੇਂ ਦੇ ਵਿੱਚ ਇਹ ਆ ਕੇ ਆਪਣਾ ਰਾਜ ਕਿਵੇਂ ਸਥਾਪਿਤ ਕਰ ਸਕਦੇ? ਜਦੋਂ ਰਾਜ ਮੇਰਾ ਹੈ, ਸਮਾਂ ਮੇਰਾ ਹੈ, ਮੇਰੇ ਰਾਜ ਵਿੱਚ, ਮੇਰੇ ਸਮੇਂ ਦੇ ਵਿੱਚ ਇਹ ਆਪਣਾ ਸਮਾਂ ਸਥਾਪਿਤ ਕਿਵੇਂ ਕਰ ਸਕਦੇ ਨੇ? ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਤੈਨੂੰ ਭਾਈ ਕਿਹਨੇ ਬਣਾਇਆ? ਕਹਿੰਦੇ ਕਿ ਨਿਰੰਕਾਰ ਨੇ। ਅਤੇ ਸਤਿਗੁਰੂ ਕਹਿੰਦੇ ਅਸੀਂ ਨਿਰੰਕਾਰ ਦੇ ਭੇਜੇ ਆ, ਅਸੀਂ ਤਾਂ ਨਿਰੰਕਾਰ ਦੇ ਥਾਪੇ ਆ, ਅਸੀਂ ਕਿਹੜਾ ਆਪ ਚੱਲਦੇ ਹਾਂ। ਉਹ ਕਹਿੰਦੇ ਕਿ ਚਲੋ ਇੱਕ ਕੰਮ ਕਰ ਲਓ, ਕਹਿੰਦੇ ਕਿ ਜਾਂ ਤਾਂ ਆਪ ਛੁੱਟ ਜਾਓ, ਕਲਾ ਤੋਂ ਬਚ ਜਾਓ, ਜਾਂ ਆਪਣੇ ਕਿਸੇ ਸਿੱਖਾਂ ਨੂੰ ਬਚਾ ਲਓ। ਸਤਿਗੁਰੂ ਕਹਿੰਦੇ ਕਿ ਇੱਦਾਂ ਨਹੀਂ ਹੋਣਾ, ਜਿੱਥੇ ਅਸੀਂ ਹਾਂ ਉੱਥੇ, ਅਤੇ ਜਿੱਥੇ ਵੀ ਕੋਈ ਨਿਰੰਕਾਰ ਦਾ ਨਾਮ ਲਏਗਾ ਉੱਥੇ ਤੇਰਾ ਅਸਰ ਨਹੀਂ ਹੋਣਾ ਚਾਹੀਦਾ। ਕਹਿੰਦੇ ਕਿ ਭਾਈ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਬਾਲਾ ਜੀ ਨੂੰ ਇਸ ਪਾਸੇ ਲਾ ਦਿੱਤਾ ਵੀ ਤੂੰ ਕਲਹ ਦਾ ਮੁਕਾਬਲਾ ਕਰਨਾ ਹੈ। ਇਹ ਦਾਰਸ਼ਨਿਕ ਸਾਖੀ ਸਿੱਖ ਨੇ ਕਲਹ ਦੇ ਸਾਹਮਣੇ ਖੜੇ ਹੋ ਜਾਣਾ, ਡਟ ਕੇ, ਆਪਣੇ ਗੁਰੂ ਦੇ ਆਦੇਸ਼ ਦੇ ਸਦਕੇ, ਆਪਣੇ ਗੁਰੂ ਦੇ ਬਲ ਦੇ ਸਦਕੇ, ਆਪਣੇ ਗੁਰੂ ਦੀ ਵਿਚਾਰ ਦੇ ਸਦਕੇ ਅਸਾਂ ਸਿੱਖਾਂ ਨੇ ਇਸ ਕਲਹ ਤੋਂ ਬਚਣਾ। ਅਤੇ ਉਹਦੀ ਜੁਗਤ ਕੀ ਹੈ? ਬਾਲੇ ਪੁੱਛਿਆ ਜੀ ਕਿਵੇਂ? ਕਹਿਣ ਕਿ ਗੁਰੂ ਕੀ ਸ਼ਰਨ ਵਿੱਚ ਰਹੇਗਾ ਅਤੇ ਤੇਰਾ ਕਲਹ ਕਲੇਸ਼ ਤੋਂ ਬਚਾਓ ਰਹੇਗਾ। ਜਿੱਥੇ ਵੀ ਇੱਕ ਓਂਕਾਰ ਸਤਿਨਾਮ ਦਾ ਮੂਲ ਮੰਤਰ ਦਾ ਜਾਪ ਕਰੋਗੇ ਉੱਥੇ ਕਲਹ ਕਲੇਸ਼ ਤੋਂ ਬਚੇ ਰਹੋਗੇ। ਅੱਜ ਇਹੀ ਗੱਲ ਰਹੱਸ ਨਾਲ ਸਾਨੂੰ ਸਮਝਾਉਂਦੇ ਨੇ, ਭਾਈ ਸਤਿਗੁਰ ਸੇਵ ਸੁਖ ਪਾਏ। ਜੇ ਤੂੰ ਸਤਿਗੁਰੂ ਦੀ ਸੇਵਾ ਕਰੇਗਾ ਤਾਂ ਸੁਖ ਮਿਲੇਗਾ, ਜੇ ਸਤਿਗੁਰੂ ਦੀ ਸੇਵਾ ਤੂੰ ਨਹੀਂ ਕਰੇਗਾ ਤੇ ਫਿਰ ਭਾਈ ਜਗਤ ਤੇ ਹਉਮੈ 'ਚ ਪਿਆ ਹੀ ਹੈ।
ਫਿਰ ਤੇ ਕਲਾ ਕਲੇਸ਼ਤਾ ਸਾਡੇ ਤੇ ਪਿਆ ਹੀ ਪਿਆ। ਫਿਰ ਤੇ ਬਾਹਰਲੀ ਚੀਜ਼ਾਂ ਦਾ ਜਿਹਨੂੰ ਅਸੀਂ ਵਿਕਾਰ ਕਹਿੰਦੇ ਤੇ ਵਿਕਾਰਾਂ ਦੇ ਵਿਚਾਰ ਕਹਿੰਦੇ ਆ, ਉਹਨਾਂ ਦੇ ਪ੍ਰਭਾਵ ਤੇ ਸਾਡੇ ਤੇ ਪੈ ਹੀ ਰਹੇ ਨੇ। ਅਲਟੀਮੇਟ ਸਤਿਗੁਰ ਸੇਵੇ ਤਾਂ ਸੁਖ ਪਾਵੇ, ਨਾਹੀਂ ਤਾਂ ਜਾਹੇਗਾ ਜਨਮ ਗਵਾਏ। ਕੱਲ ਆਪਾਂ ਇਹ ਤੁਕ ਪੜ੍ਹ ਰਹੇ ਸਾਂ। ਜੇ ਸਤਿਗੁਰੂ ਦੀ ਸੇਵਾ ਕਰੇਗਾ ਤਾਂ ਤੇ ਤੈਨੂੰ ਸੁੱਖ ਮਿਲੇਗਾ, ਤੇ ਜੇ ਸਤਿਗੁਰੂ ਦੀ ਸੇਵਾ ਨਹੀਂ ਕਰੇਗਾ, ਆਇਆ ਤੇ ਹੈਗਾ ਹੀ ਆ ਤੂੰ ਤੇ ਚਲੇ ਵੀ ਜਾਣਾ ਹੈ, ਪਰ ਜੀਵਨ ਦੀ ਬਾਜੀ ਹਾਰ ਜਾਏਗਾ। ਜਾਹੇਗਾ ਚਲਾ ਜਾਏਗਾ, ਜਨਮ ਗਵਾਏ, ਜਨਮ ਦੀ ਬਾਜੀ ਗਵਾ ਜਾਏਗਾ। ਯਾਦ ਰੱਖਣਾ, ਅਸੀਂ ਇਸ ਗੱਲ ਨੂੰ ਮਾਣ ਪਾਏ, ਸਮਝ ਪਾਏ ਕਿ ਨਹੀਂ, ਗੁਰਬਾਣੀ ਵਿੱਚ ਜਨਮ ਨੂੰ ਹੀ ਪਦਾਰਥ ਕਿਹਾ ਹੈ। ਜਿਵੇਂ ਦੁਨੀਆ ਦੇ ਆਪਾਂ ਪਦਾਰਥ ਦੇਖਦੇ ਆ ਨਾ, ਗਿਆਨੀਆਂ ਨੇ ਹੋਰ ਪਦਾਰਥ ਦੱਸੇ ਨੇ ਕਿ ਜੋ ਕਾਮ ਧਰਮ ਅਰਥ, ਇਹ ਕਾਮ ਪਦਾਰਥ ਨੇ ਨਾ, ਧਰਮ ਪਦਾਰਥ ਹੈ, ਗਿਆਨ ਪਦਾਰਥ ਹੈ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਜਨਮ ਪਦਾਰਥ ਕੇ ਇੱਕ ਵਚਨ ਅਸੀਂ ਸ਼੍ਰੀ ਸੁਖਮਨੀ ਸਾਹਿਬ ਪਾਠ ਕਰਦੇ ਕਰਦੇ ਪੜ੍ਹਦੇ ਨੇ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਉਹ ਗਿਆਨੀਆਂ ਦੇ ਚਾਰ ਪਦਾਰਥ ਨੇ, ਧਰਮ, ਅਰਥ, ਕਾਮ ਤੇ ਮੋਖ। ਇਹ ਗਿਆਨੀਆਂ ਦੇ ਮੰਨੇ ਪਰਮੰਨੇ ਪਦਾਰਥ ਨੇ। ਭਾਈ ਜੇ ਧਰਮ ਪ੍ਰਾਪਤ ਕਰਨਾ ਹੈ ਤਦ ਵੀ ਗੁਰੂ ਕੀ ਸੰਗਤ ਵਿੱਚ ਆਉਣਾ ਹੈ, ਤੇ ਜੇ ਤੈਨੂੰ ਅਰਥ ਚਾਹੀਦਾ ਹੈ, ਅਰਥ ਪਦਾਰਥ ਹੈ, ਇਹ ਵੀ ਤੈਨੂੰ ਗੁਰੂ ਕੀ ਸੰਗਤ 'ਚ ਮਿਲੇਗਾ। ਤੇ ਆਪਣੀਆਂ ਕਾਮਨਾਵਾਂ ਨੂੰ ਪੂਰਾ ਕਰਨਾ ਹੈ ਤਦ ਵੀ ਗੁਰੂ ਕੀ ਸੰਗਤ ਵਿੱਚ ਆਉਣਾ ਪਏਗਾ। ਤੇ ਜੇ ਤੂੰ ਭਾਈ ਮੁਕਤ ਹੋਣਾ ਹੈ ਤੇ ਸੰਗੇ ਚਾਰ ਪਦਾਰਥ ਨੇ। ਤੇ ਚੇਤਰਨਾ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਇਹਨਾਂ ਚਾਰ ਪਦਾਰਥੋਂ ਤੋਂ ਇਲਾਵਾ ਵੀ ਚਾਰ ਪਦਾਰਥ ਸਾਨੂੰ ਦਿੱਤੇ ਨੇ। ਆਪਣੇ ਪਾਠ ਕਰਦਿਆਂ ਕਰਦਿਆਂ ਉਹਨਾਂ ਵਿੱਚੋਂ ਪਹਿਲਾ ਪਦਾਰਥ ਜਨਮ ਪਦਾਰਥ ਹੈ, ਜੋ ਕੁਦਰਤੀ ਹਰ ਇੱਕ ਜੀਅ ਨੂੰ ਮਿਲਿਆ। ਸਾਨੂੰ ਹੁਣ ਤੱਕ ਦੇ ਕੀਤੇ ਆਪਣੇ ਕਰਮਾਂ ਦਾ ਫਲ ਕਹਿ ਲਿਆ ਜਾਏ ਜਾਂ ਕਰਤੇ ਦੀ ਕਿਰਪਾ ਕਹਿ ਲਓ, ਜਿਸ ਤਰੀਕੇ ਨਾਲ ਮਨ ਮੰਨਦਾ ਕਹਿ ਲਓ ਭਾਈ, ਸਾਡੇ ਕਰਮਾਂ ਦੇ ਫਲ ਸਦਕੇ ਜਨਮ ਮਿਲਿਆ ਨਾ। ਆ ਮਾਤਾ ਪਿਤਾ ਭੈਣ ਭਰਾ ਜੋ ਕੁਝ ਵੀ ਸਾਡੇ ਕੋਲ ਹੈ, ਧੀਆਂ ਪੁੱਤਰਾ ਜੋ ਕੁਝ ਵੀ ਸਾਡੇ ਕਰਮਾਂ ਦਾ ਸੰਜੋਗ ਹੀ ਤੇ ਹੈ। ਕਰਮਾਂ ਦੇ ਸੰਜੋਗ ਸਦਕੇ ਸਾਨੂੰ ਇਹ ਮਿਲਿਆ। ਯਾਦ ਰੱਖਣਾ, ਇਸੇ ਨੂੰ ਗੁਰੂ ਨਾਨਕ ਜਨਮ ਪਦਾਰਥ ਕਹਿੰਦੇ ਨੇ। ਤੂੰ ਇਹਨਾਂ ਦੇ ਵਿੱਚ ਨਾ ਇਹ ਬਦਲ ਨਹੀਂ ਸਕਦਾ, ਇਹ ਸਾਡੇ ਕੋਲ ਕੋਈ ਬਦਲ ਨਹੀਂ ਗਾ। ਦੁਨੀਆ ਦੇ ਬਾਕੀ ਚੀਜ਼ਾਂ ਨੂੰ ਬਦਲਿਆ ਜਾ ਸਕਦਾ ਹੈ, ਪਰ ਜਨਮ ਦੇ ਨਾਲ ਜੋ ਕੁਝ ਮਿਲਦਾ ਉਹਦਾ ਬਦਲ ਨਹੀਂ ਗਏ। ਕਿ ਅਸੀਂ ਆਪਣੇ ਮਾਤਾ ਪਿਤਾ ਬਦਲ ਸਕਦੇ ਹਾਂ? ਠੀਕ ਹੈ, ਸਾਡੀ ਬਣਦੀ ਨਹੀਂ ਬਣਦੀ, ਵਿਚਾਰਧਾਰਾ ਮਿਲਦੀ ਨਹੀਂ ਮਿਲਦੀ, ਕਿਸੇ ਦੀ ਲੜਾਈ ਝਗੜਾ ਚੱਲਦੀ 100 ਵਾਰੀ ਚੱਲੀ ਜਾਏ, ਪਰ ਕੀ ਬਦਲ ਸਕਦੇ ਹੋ? ਤੇ ਜਵਾਬ ਹੈ ਨਹੀਂ। ਜਿਹੜੇ ਜਨਮ ਦੇ ਨਾਲ ਭੈਣ ਭਰਾ ਮਿਲੇ ਨੇ, ਸਾਡੀ ਭੈਣ ਭਰਾਵਾਂ ਦੀ ਆਪਸ ਵਿੱਚ ਬਣੇ ਨਾ ਬਣੇ, ਸੁਲ੍ਹਾ ਹੋਵੇ ਨਾ ਹੋਵੇ, ਪਰ ਕੀ ਬਦਲ ਸਕਦੇ ਹੋ? ਕਹਿੰਦਾ ਨਹੀਂ, ਆ ਭੈਣ ਭਰਾ ਮੈਨੂੰ ਨਹੀਂ ਚਾਹੀਦੇ, ਬਦਲ ਦਿਓ। ਨਹੀਂ, ਇਹ ਨਹੀਂ ਬਦਲੇ ਜਾ ਸਕਦੇ। ਇਸੇ ਤਰ੍ਹਾਂ ਜੇ ਮਾਪੇ ਨਹੀਂ ਬਦਲੇ ਜਾ ਸਕਦੇ, ਭੈਣ ਭਰਾ ਨਹੀਂ ਬਦਲੇ ਜਾ ਸਕਦੇ, ਤੇ ਸੰਤਾਨ ਵੀ ਤੇ ਨਹੀਂ ਬਦਲੀ ਜਾ ਸਕਦੀ ਨਾ। ਆ ਬਹੁਤ ਸਾਰੇ ਮਾਪਿਆਂ ਦੀ ਆਪਣੀ ਸੰਤਾਨ ਦੇ ਨਾਲ ਬਣਤਰ ਠੀਕ ਨਹੀਂ ਹੈ, ਪਰ ਕੀ ਸੰਤਾਨ ਨੂੰ ਬਦਲ ਸਕਦੇ ਹੋ? ਨਹੀਂ, ਸੰਤਾਨ ਹੀ ਰਹਿਣੀ ਆ। ਅਸੀਂ ਬਹੁਤ ਦੂਰ ਦੀਆਂ ਗੱਲਾਂ ਨਾ ਕਰੀਏ। ਅਸੀਂ ਲੱਖ ਵਾਰੀ ਆਖੀਏ ਕਿ ਬਾਬਾ ਪ੍ਰਿਥੀ ਚੰਦ ਜੀ ਨੇ ਮਾੜੇ ਕੰਮ ਕੀਤੇ। ਪ੍ਰਿਥੀ ਚੰਦ ਜੀ ਨੇ ਗੁਰੂ ਰਾਮਦਾਸ ਮਹਾਰਾਜ ਦੇ ਸਨਮੁਖ ਖਲੋ ਕੇ ਅਪਮਾਨਜਨਕ ਸ਼ਬਦ ਬੋਲੇ। ਬਾਬਾ ਪ੍ਰਿਥੀ ਚੰਦ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਬਤ ਕਈ ਮਾੜੇ ਕਰਤੱਵ ਕੀਤੇ। ਪ੍ਰਿਥੀ ਚੰਦ ਜੀ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਦੇ ਪਹਿਲੇ ਦੌਰਾਂ ਦੇ ਵਿੱਚ ਹੀ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ। ਸਭ ਜਾਣਦੇ ਹਾਂ, ਸਾਖੀਆਂ ਬਾ ਤਾਰੀਖ ਸਾਡੇ ਕੋਲ ਨੇ। ਪਰ ਫਿਰ ਵੀ ਕੀ ਪ੍ਰਿਥੀ ਚੰਦ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਭਰਾਵਾਂ ਦੇ ਰਿਸ਼ਤੇ ਨੂੰ ਬਦਲ ਹੈ ਸਾਡੇ ਕੋਲ ਕੋਈ? ਅਸੀਂ ਕਹਿ ਦੇਵਾਂਗੇ ਪਰ ਨਹੀਂ, ਹੁਣ ਅਸੀਂ ਭਰਾ ਹੀ ਬਦਲਦੇ ਨੇ। ਨਹੀਂ, ਸਾਨੂੰ ਕਹਿਣਾ ਪੈਂਦਾ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਕਹਿਣਾ ਪੈਂਦਾ, ਲਿਖਣਾ ਪੈਂਦਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ, ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਜੀ ਨੇ ਆਪਣੇ ਹੀ ਭਤੀਜੇ ਨੂੰ ਮਾਰਨ ਵਾਸਤੇ ਜ਼ਹਿਰ ਦਿੱਤਾ। ਲਿਖਣਾ ਪੈਂਦਾ, ਬੋਲਣਾ ਪੈਂਦਾ। ਨਹੀਂ ਬਦਲ ਸਕਦੇ, ਸਾਡੇ ਕੋਲ ਬਦਲ ਹੀ ਕੋਈ ਨਹੀਂ ਗਾ। ਬਸ ਇਤਨਾ ਸਮਝ ਲਈ ਕਿ ਸਾਡੇ ਕੋਲ ਬਦਲ ਨਹੀਂ ਗਾ। ਹਰਗੋਬਿੰਦ ਸਾਹਿਬ ਜੀ ਦੇ ਪੋਤਰਾ ਧੀਰਮਲ ਵੀ ਦਾਦਾ ਗੁਰੂ ਦੇ ਖਿਲਾਫ ਗੱਲਾਂ ਕਰਦੇ ਨੇ, ਸਾਡੇ ਕੋਲ ਕੋਈ ਬਦਲ ਨਹੀਂ ਗਾ। ਦਾ ਮਤਲਬ ਹੈ ਕਿ ਜਨਮ ਦੇ ਨਾਲ ਜੋ ਕੁਝ ਮਿਲਦਾ ਹੈ ਉਸ ਨੂੰ ਬਦਲਿਆ ਨਹੀਂ ਜਾ ਸਕਦਾ। ਤੇ ਜੇ ਬਦਲਿਆ ਨਹੀਂ ਜਾ ਸਕਦਾ ਤਾਂ ਫਿਰ ਕੀ ਕਰੀਏ? ਫਿਰ ਇਹਨਾਂ ਦੇ ਵਿੱਚ ਹੀ ਰਹਿਣਾ ਹੈ, ਇਹਨਾਂ ਦੇ ਨਾਲ ਹੀ ਨਿਭਾਉਣੀ ਹੈ। ਇਸੇ ਨੂੰ ਧਰਮ ਕੇ ਜਨਮ ਦਾ ਧਰਮ ਇਹ ਹੈ
कि जिन्हां नूं जन्म करके संजोगित प्राप्त होए आ उन्हां दे नाल भाई निभाओ। वो किस तरह दे ने असी बदल नहीं सकते, निभाउणी पएगी। यही धर्म है। इसे करके धर्म निभाए जाते हैं। ये धर्म निभावना है। गुरु नानक जी इसनूं जन्म पदार्थ कहते हैं। तैनूं प्राप्त होया, तू पहला सफलता का पैमाना यह है कि तू इन्हां दे नाल निभाएगा, कि इन्हां मापियां दे नाल भैण भरावां दे निभा लेगा। एक कौड़ा बोलणगे, कठोर बोलणगे, कि निभाएगा। बस अगर तू निभा लेगा तो समझ लो पहली बाजी जित गया। तो जे तू नहीं निभा पाया तो गल खत्म, हार गया तू जीवन की बाजी। कुदरत जाके तेन पूछे कि लै बई तेन तो मापे मिल, तेरी कर्मां दा सीगा फल ना। आ जो कुछ भी साडे कोल धीआं पुत्र मापे भैन भरा ने, यह तो साडे कर्मां दे संजोग ही ना। तो जे संजोग ने खिड़े मत्थे निभा ना इन्हां दे नाल, इसे नहीं निभा पा रहे ना। पर गुरु मातशाह इसे करके साडे दार्शनिक लोगों ने, असी तो एक नुकते तो एक एंगल तो जन्म साखियां पढ़ते ना, इस एंगल तो पढ़ के देखना बहुतियां साखियां दे विच गुरु नानक पातशाह साहब जी के पिता जी का सुभाव बड़ा कठोर दिखाया, बड़ा कठोर है। हर गल गल ते टोकते ने, पर की अगों गुरु नानक जी ने कदे मोड़ के जवाब दिता है? अज तक का जिक्र मिलेगा नहीं। पिता जी ने जो किया चुप करके सुन लिया, बस सुन लिए। कोई हाँ ना दा मुड़ के नहीं, इदा नहीं करना जिवें असीं बहसां करते हैं, नहीं बापू जी इदा नहीं करना, नहीं पापा जी इदा नहीं करना, इदा कर लो। नहीं, गुरु नानक जी मोड़ के जवाब नहीं देंदे, निभाउणी होई। शायद अपनी याद होवे जदों गुरु नानक पातशाह साहब जी ने मोदी खाने की कार विहार नूं त्याग्या है, तो उदों गुरु नानक पातशाह साहब जी की सस माता चंदो राणी जदों आए ने सुल्तानपुर लोधी, तो बड़ा कौड़ा बोलते ने, बहुत कौड़ा बोले ने। फिर भी गुरु नानक पातशाह साहब जी जवाब मोड़ के एक भी नहीं किया कि गलत है, ठीक है, तुसीं कौड़ा क्यों बोलते। सुनते गए, सुनते गए, सुनते गए, सारियां सुनते ही गए। और सारा सुना के अखीर ते कहता भी देखो सब का इंतजाम कर दिता है, तुसीं गुस्सा मत करो, परेशान मत हो, मैं इंतजाम कर दिता है। तो इंतजाम की है भी श्री चंद नूं भूआ पाल देगी, लक्ष्मी दास नूं मामा पाल देगा। 2-5-7 साल की गल है, वापस आवांगे तो फिर अपना घर सैट कर लांगे, इकट्ठे कर लांगे। वही पहली उदासी तो वापस आउंदे हैं गुरु नानक पातशाह साहब ने फिर करतारपुर की शुरुआतां कर लईआं, आरंभता कर ली, अपना घर बन गया। ये सानूं समझाउण वास्ते है कि भाई याद रखना, ये जन्म पदार्थ होर किसी मंत्र पढ़िया नहीं जी जित्तिया जाना। मत ख्याल करना कि जन्म पदार्थ जितन वास्ते सानूं अनुष्ठान करने पैने ने, याग हवन करने पैने, उत्थे नुकरे बह के बड़ी पोथी लैके पाठ नहीं करने पैने। जन्म पदार्थ जितन वास्ते सानूं अपने मापियां नाल, भैन भरावां नाल, धीआं पुत्रां नाल निभाउणी पैनी है। और ये कित्थों मिलेगी गल? ये गुरु तो मिलेगी। सानूं सिक्ख्या मिलती है कि देख गुरु साहब ने निभाई ना कौड़े परिवार के जियां दे नाल भी, कि गुरु महाराज धन गुरु अर्जन देव महाराज जी ने अपने भरा जो कौड़ा बोलता है कि उदों तोड़ विछोड़ा करता है, नहीं, घर जाते ने तो समझाते ने भाई भरा जी इदा नहीं करीदा हुंदा। आ बहुत लंबे समय तक असीं सुनिया सतगुरु अर्जन देव जी पृथ्वी चंद के घर जाते रहे, उत्थों तक सतगुरु हरगोबिंद साहिब जी भी जाके मेहरबान समझाते रहे ने। वो समझे ना समझे उहदी गल, पर गुरु पातशाह ने रिश्ता नहीं तोड़िया, क्योंकि जन्म करके मिले है। असां ने निभाना है। महाराज कहने लगे नहीं तो जन्म गवाच जाएगा, और ये बल सानू मिलेगा गुरु की संगत। इत्थे कोई मंत्र पढ़ने वास्ते आप नहीं आते भी आए पूजा पाठ की, मत्था टेकिया, प्रसाद लिया, खाया, दिता, चले गए। असीं तो सिक्खी नूं इन्ना कि बना के बैठे कि बस आए इत्थों आ प्रसाद मिलिया, रुपये 2-4 भाई नूं देते, 2-4 गुरु च पाए। और नहीं भाई, असीं केवल इन्ने वास्ते नहीं आउंदे, इत्थे असीं कुछ सीखण आउंदे आ। गुरु का गुरु की बाणी विचों सिक्ख्या लेनी। गुरु की साखी अमृत बाणी, गुरु की सिक्ख्या अमृत बाणी चों पढ़नी है, सुननी है, समझनी है, विचारनी। गुरु की कह रहे ने असां समझा। तो गुरु महाराज सानूं समझाते हैं भाई जे विकारां तो बचना है, जे सुखी जीवन जिउना है तां गुरु की शरण प्राप्त कर। गुरु की शरण का मतलब इस मकान विच आके बहना नहीं है। गुरु की शरण का मतलब है गुरु की सिक्ख्या के अनुसार ही हो जा।
जो गुर कह रहे ने उसनूं स्वीकार कर, नहीं तो फिर जीवन की बाजी फिर ना कहीं कि मेरी बात नहीं पूछी गई। याद रखना, 4 पदार्थ जिक्र किया सी, 4 पदार्थ गुरु नानक ने दिते ने। पहला सब तो कुदरती मिले सू जन्म पदार्थ, बचन जन्म पदार्थ नानक जिता, ਜਿਹੜੇ ਸਿੱਖਿਆ स्वीकार कर लेंदे जन्म की बाजी जित लेंदे ने। जन्म पदार्थ प्राप्त करके असां की प्राप्त करना हुंदा है? सब तो पहला जन्म पदार्थ बाद मिलता जे ज्ञान। सानू दुनिया का जन्म ज्ञान मिलना शुरू हुंदा है, जिसका जिक्र मोह करके असीं लभदे हां। प्रथम है सब तो पहला साडा प्यार माता दे दुध नाल लगदा है, फिर हौली हौली माता पिता भैण भरा धीआं पुत्रां दा ज्ञान साडा वधदा जांदा है। प्रथमे तो लैके अंतिम समय तक असीं ज्ञान के दायरे विच ही रहिंदे हां। सानू ज्ञान मिलता है तो ज्ञान भी प्राप्त करना है। दूसरा है ज्ञान पदार्थ, ये असीं प्राप्त करना है। ज्ञान पदार्थ प्राप्त हो गया, फिर हंकार हो जाता है, वडप्पण दा माण हो जाता है। ज्ञान पदार्थ है तो ज्ञान पदार्थ नूं सफल करने वास्ते है प्रेम पदार्थ, तद ज्ञान सफल है। नहीं तो ज्ञान हंकारी हो जाता है। प्रेमी होना जरूरी है। जन्म पदार्थ कुदरती मिलिया जे, ज्ञान पदार्थ सानू संसार तो मापियां तो भैन भरावां तो अचनचेत ही नहीं मिलता है, सुभावक मिलता है। तो प्रेम पदार्थ असां तैयार करना है, प्रेम असी करना है। याद रखना, सानू कदे कहा भी ज्ञान करो, नहीं, ज्ञान मिलता है पर प्रेम करना पैंदा है। ज्ञान ग्रहण किया जाता है, प्रेम ग्रहण नहीं जी हुंदा, प्रेम करना पैंदा है। प्रेम करना पैंदा किहदे नाल? हर एक दे नाल प्रेम करना पैंदा। और उसका स्वरूप कैसा होएगा? प्रेम करो ना। ज्ञानी हो तो जानो ना, प्रेम करो। फिर जे नादान हो तो असीं वंड पावांगे, इहदे नाल प्रेम है तो इहदे नाल प्रेम नहीं, फिर तो मोह है ना। फिर तो अपने नाल होएगा, दूज नहीं। क्योंकि बिसर गई सब तात पर आई, ना को बैरी नहीं बिगाना, सकल संग हमको बनियाई। ये ज्ञानी ही ये प्रेम कर पाएगा। जो प्रेम भाई कन्हैया जी कीता है वो ज्ञानी है, तां ही कीता जे। जन्म पदार्थ मिल गया, ज्ञान पदार्थ मिल गया, हुण सी प्रेम पदार्थ प्राप्त करना है। आप प्रेम करके जदों 3 पदार्थ हो जाते हैं, जिस जी के हथ विच ज्ञान अते प्रेम हुंदा है, उसनूं फिर चौथी तत्त विचार मिलती जे नाम पदार्थ। उन्होंने नाम पदार्थ मिलेगा जिहदे पल्ले ज्ञान ते प्रेम होएगा। जे ज्ञान वाला हथ नहीं तो फिर भी नाम तो सखना रह जाएगा, तो जे प्रेम वाला पासा नहीं तो फिर भी नाम तो सखना रह जाएगा। इसे करके बहुत प्रेमी ने लोग कई, पर नाम के तत्त तो सखने रह जाते हैं। बहुत ज्ञानी होंदे ने लोग, पर नाम तो सखने रह जाते हैं। जिवें प्रसाद इत्थे एक हथ कीतिया नहीं मिलता ना, बुक करना पैंदा है। इवें प्रेम अते ज्ञान का सुमेल करना पैंदा है। नहीं तो साढ़े भगती खेत्र च ज्ञानियों ने वंड की है, आखे जी ये ज्ञान मार्गी है जी, प्रेम मार्गी है। आ किते साहित्य नूं पढ़ीए ना, तो भगतां दी वंड की है। देखो जी, बाबा कबीर जी तो ज्ञान मार्गी है, सूरदास प्रेम मार्गी है। पर इत्थे तो दोनों जोड़ दिते गए ना। सूरदास प्रेम मार्गी है, कबीर दास साहब जी, रविदास साहब जी ज्ञान मार्गी ने। पर वेखांगे कबीर दास साहब को भी प्रेम हैगा है, तो सूरदास को ज्ञान भी हैगा। क्योंकि ज्यों ज्यों ये वधदा जाएगा तो सुमेल बनता जाएगा, तद जीवन बस सकता। महाराज कह लगे ये नहीं तो जीवन जो गवा लेगा। महाराज की करा? कह लग्या फिर त्रैगुण धात वो कर्म कमावैं। पर संसार के लोगों ने वेखे, पर लोगों की सुरत बिरती त्रैगुणा तो उच्ची उठती नहीं। आ किते अपने आले दुआले नूं ज्ञान दृष्टि ना देखना, आ समेत अपने जिवें कदे कदे छाते जाके विहड़े च लिकरदे विचारदे अपने बच्चों नूं देखी खेडां करदे आ। इसी तरह ज्ञान दृष्टि दे नाल उच्चा उठ के किते अपने आप नूं समेत अपने अपने परिवार दे जीआं, अपने सज्जनां मित्रां नूं देखी कि असीं त्रैगुण धात तो उच्चे उठे हाँ। तो साडा जवाब होएगा नहीं, असीं त्रैगुणां दे विच आ। सत असीं करते हैं तमो गुणियाँ लोभ, सतो गुणियाँ तमो गुणियाँ रजो गुणियाँ, कदे कुछ कदे कुछ। शायद आप एक दिन बाद विचार कर रहे सां कि कुदरती तौर पर इन्हां गुणां दा प्रभाव पैना सुभाविक है। सवेरे सवेरे सवेर के पहले समय सतो गुण भरपूर होंदे ने,
फिर कुछ समा रजोगुण भरपूर हुंदा है ते कुछ सगुण तमोगुण भरपूर हुंदा है, कुदरती जे। और ये सदके ही साडा बैलेंस बनता है। जे असीं केवल सतोगुण च रहांगे तो फिर संसार दी तरक्कियां नहीं करांगे, तो जे रजोगुण च रहांगे तो प्रेम संबंध नहीं होणगे, जे तमोगुण च चले जाएंगे तो फिर बाकी कुछ नहीं रहेगा। इस करके तिन्हां दा बैलेंस है। सियाणे मनदे ने कि रात्रि दे आखिरी पहर ਅਤੇ दिन के पहले पहर के विचकारला समा जिहड़ा हुंदा है ये साडा सतोगुण ही हुंदा है। लगभग ये 8 कुछ घंटे का समा साडा सतोगुण भरपूर हुंदा है। इस तरह विचकारला 8 घंटे का समा साडा रजोगुणी भरपूर हुंदा है, तो रात्रि के समय का साडा 8 कुछ घंटे का समा तमोगुणी भरपूर हुंदा है, जिहदे च नींद आलस आ जाती है। कुदरती बैलेंस वास्ते है। इसे करके 8-8 घंटिया के असां दे 24 घंटिया के पहर गुजर जाते हैं। ये मुताबिक इसे करके जिहड़े रात काम करते ने ते सवेरे सौंदे ने, क्षमा करना प्रोफेशन च अज बच्चों की मजबूरी है कि उन्होंने शिफ्टां दे विच ऐसा करना पै रहा है, पर लंमेरे समय देखांगे उन्होंने सेहत का नुकसान हो रहा है, उन्होंने सोच बिरती च बदल फर्क पै रहा है। और वो उन्होंने बहुत सारे यंग उम्र के बच्चे डॉक्टरों को लाइन ला के बैठे होंदे ने। पता क्यों? कि कहते कि साडा सिस्टम ठीक नहीं चलता, कोई हेल्थ प्रॉब्लम लैके बैठा है, क्योंकि असा ने साड़ी संसार की माया की दौड़ ने साढ़े दी किरत विहार ने कुदरत के सर्कल नूं तोड़िया है। जिहड़ा सतोगुणी समा सी असीं उदों ते रजोगुणी कर रहे हुंदे आ, जो रजोगुणी हुंदा उस तमोगुणी च पए हुंदे आ, जो तमोगुण का पैंदा उदों असीं कुछ होर अद्धी रात नूं कुछ होर करदे आ, उदों असीं सतोगुणी लभण की कोशिश करदे आ। भाई अपनी मर्जी असीं वरदे आ, पर कुदरत ने तो कुछ दिता है, तो कुदरत जो दिंदी है वो सब तो बेहतरीन हुंदा है। असीं त्रिगुणां च तुरे फिरदे आ, कोई बिरले जी होणगे जो साडे जिन्हां दी बिरती तिन्ना गुणा तो उच्ची उठी होएगी, टावें बिरले होणगे। महाराज कहण लगे त्रैगुण धात बहु कर्म कवावें, हर रस साध न आया, ते नतीजा साडे च ज्ञान दृष्टि दे नाल तकड़े होके अपने बारे देखना कि बाणी पढ़दे स्वाद आया जे, कि आले दुआले दे 10 जीआं नूं वेखना कि वाकई उन्हां दी जिंदगी च बाणी पढ़ के कोई स्वाद हैगा है, कोई रस हैगा उन्हां दे कोल, ते जे कोई मिल जे तो मुबारक, नहीं तो हाँ पढ़ लो पढ़ लो पढ़ लो, पढ़ छो आ जाओ चले जाओ, आ जाओ, आ कर लो। दौड़ लगी साडी ते भजन बंदगी की भी दौड़ है, असीं ते सिमरन विच भी दौड़ते जाने आ, कीर्तन करने लई बैठी बिठाई तद भी दौड़ लगी पई है, क्योंकि असीं रजोगुणी तमोगुणी सतोगुणी सर्कलों के विच आ, असीं कुछ तो कुछ बना बैठे हैं। चाहिदा तो असीं इन्हां गुणां विच रहिंदे, आनंद आउंदा, सानूं नींद का भी आनंद आउंदा, चंगी वधिया रज के सौंदे, असीं चंगी तरह जागदे, असीं ना चंगी तरह जाग पाए तो ना चंगी तरह सौं पाए, तो जो चंगी तरह सौं पांदा जे तो ना जाग पांदा जे, वो चंगी तरह किरत विहार भी नहीं जे कर पांदा, उसकी क्वालिटी डाउन रहिंदी है। असां स्वाद नहीं, तो महाराज कहते हैं हर रस साधन आया, इस तरह जप कीते ਇਹੋ ਜਿਹੇ कीते कर्म कांड स्वाद नहीं जी आया, रस नहीं जी मन पा रहे असीं लोग। कोशिश कराया करिए, अरदास करिए महाराज कृपा करो रस आए, बाणी पढ़िए कथा कीर्तन करिए, थोड़ा जिहा निजी रस आ जाए, कदे तो स्वाद आ जाए तेरी बाणी का, कदे तो रस भरे। तो फिर नतीजा की निकलिया, संध्या तर्पण करह गायत्री। याद रखना उदों साढ़े आ बहुत सारे कर्म कांड नहीं सीगे, नहीं तो साडा ही ना आना सी। उदों लोग संध्या तर्पण गायत्री सनातन माती बहुता प्रबल सी, तां उन्हां दा जिक्र आया, नहीं तो अज इहदा समझ लो कि असीं संध्या सोदर भी करी जाने, सवेरे भी करी जाने, दोपहरे भी करी जाने, रास्ते नहीं ना। ये संध्या तर्पण गायत्री साडे लई ने। मत ख्याल करना कि किसी ते कि तू संध्या करदा, सानू क्या ना संध्या करया करो रहरास, कि रस लैके कदे कीता जे। ठहर के अपने आप नूं सवाल पुछना कि वाकया ही तू किसी दिन सोदर का पाठ रस लैके कीता, आनंद लैके कीता, रजोगुण ते तमोगुण के सुमेल दे विच संध्या। सोदर का रहरास का पाठ रजोगुण तो थकद्या तमोगुण च प्रवेश करद्या उस मुकाम ते है कि वाकई सनों उदों रस आया, कि टिकाव बनिया, कि आनंद आया,
तो शायद जवाब मैं ना दियां तो चंगा है। इसे तरह अमृत वेले सतोगुण के दरम्यान असीं बैठे असीं तरपण करते हैं, बहुत पूजा पाठ करते हैं वड्डियां दे नां ते, इत्थे कई कुछ कर जाने आ, पर की वाकई जिंदगी का कुछ स्वाद आए जे? गायत्री का भाव है, बहुत मंत्र पढ़ते हैं, बड़े जाप करते हो, वड्डियां वड्डियां मालां सां रखियां गल च पाईयां ने, सारा सारा दिन साडे काउंटर चलते हैं कि भी जाप इन्ने हो गए इन्ने हो गए, पर की वाकई जिंदगी च रस आया? तो जवाब है नहीं, सुके पे आ। सगों इन्हों देखिए ना, हंकार ना भरे ने, खुशकी ना भरे ने, फतेह बुला के राजी कोई नहीं छेती कीतिया। जे दुख सुख की सांझ किते किते अगला मुड़ के फोन ही नहीं चुकता, गल नहीं करके राजी एक दूजे नाल असीं। हाँ उंज ठीक है, पॉलिशां वधिया साडियां ने। संध्या तर्पण करें गायत्री, तो नतीजा की है? बिन बूझे दुख पाया। जो कर रहे हैं इनू समझिया नहीं, तो नतीजा असीं दुखी, असीं पाठ करते करते भी दुखी हाँ। चाहिदा तो कि दुखी आवे तो पाठ करे तो शांत होकर चला जाए, पर असीं तो दुखी रहने। हालांकि गुरमुखां दा अभ्यासियों का तजुर्बा ये कहता है कि व्यक्ति कितना भी टेंशन च भरिया क्यों ना आवे, अगर बैठ जाए इत्थे आ जाए तो बहुत ही मुबारक, इत्थे ना आ पाए जिथे किते है कार विहार च उत्थे 10 मिनट कढ़ लए। मान लिया बहुत तुहानूं टेंशन हो गई, बड़े परेशान हो गए, किसी हाइपर हो गए हो, तो भाई 5-7 मिनट कढ़ लो, तो वो 5-7 मिनट केवल गुरु नानक का ध्यान ही धर लो, एक ओंकार सतनाम गुरु प्रसाद ही जप लोगे, तो सियाणे कहते हैं टेंशन तो बच जाओगे, हाइपर टेंशन तो बच जाओगे, BP वधना घटन बच जाएगे, ठहराव मिल जाएगा, मन शांत हो जाएगा। पर सानू तो लमेरी बाणी पढ़ के भी नहीं मिलता, क्योंकि असीं बुझिया ही नहीं गुरु की कहते हैं। असीं बुझे ने एक ओंकार का रहस्य कितना गहरा है, असीं बिन बूझे दुख पाया। महाराज की करिए फिर? कहणगे सतगुरु सेवे सो वड भागी। वो वड्डे भागां वाले ने जो सतगुरु की सेवा करते हैं। जे आपां सतगुरु की सेवा दी गल्लां कई बार कर बैठे हाँ कि जरूरी नहीं कि चिट्टियां चादरां ते झाड़ू फेरना ही सतगुरु की सेवा, जरूरी नहीं है। बहुत थावां ते देखे है कि जिथे एक ने पोचा लाता 100 जी नूं उत्थे पोचा लाउणा है, वो थां तिलकना हो जाए डिग पवे कोई, लेकिन असीं पोचा लाउण बाज नहीं होंदे। नहीं, जिथे ज़रूरत है, जिथे लोड़ है किसी प्रकार की, भावें फर्शां साफ करन दी, भावें किसी नूं पानी पिलावण दी, राह दिखावण दी, जो भी ज़रूरत है उत्थे सतगुरु है। तो सेवा का असल संकल्प ही इन्ना हुंदा है, व्यक्ति करन वाले दी तन मन की सेवा दूसरे का फायदा करती हो। ऐसा ना हो कि असीं तन मन ला दिता, मेहनत की, धन भी लाता, तो फायदा तो कुछ भी नहीं होया, वो निरर्थक है, फजूल है। सेवा का मतलब है किसी नूं लाभ होना चाहिए। तू किसी वनस्पति के बूटे नूं पानी पाया, उत्थे भी लाभ है ना, वो सेवा प्रवान है। किसी जी जंतु नूं दाणे दिते, वो भी सेवा प्रवान है। सेवा का मतलब किसी नूं लाभ तो होवे ना तेरी सेवा चो, तेरे कर्म चों। तू तन का समा लाया है, मन का समा लाया है, धन लाया है, इहदा किसी नूं फायदा तो होना चाहिए ना। ऐसा तो ना हो कि तू समा ला के गया तो किसी वास्ते नुकसान बन जाए, नहीं नहीं। वो वड्डे भागां वाले ने, वड्डे सेवक ने जो सतगुरु की सेवा करते हैं। और वेखिए बहुत सारी साखियां असीं पढ़ सुन लैने हाँ। सतगुरु की सेवा सफल वो है जे को करे चित लाए। भावें कोई बालन ढो के लैके आउंदा है, सतगुरु की सेवा सफल है। भाई मंझ जी वर्गे, भाई आदम जी वर्गे सतगुरु की सेवा करते हैं। भाई बहलो जी वर्गे गुरु घर दे भट्ठियां वास्ते काम करते हैं, सतगुरु की सेवा सफल है। वैद सुजान जी वर्गे दूर बैठे हुए दवा दारू दरमल दे रहे ने, गुरु के दर्शन करन तक नहीं पहुँच पा रहे, पर सतगुरु की सेवा प्रवान हो जाती है। भाई फेरू जी वर्गे दशमेश को मत्था टेकन भी कई महीने सालों साल गुजर जाते, नहीं आउंदे, पर माण इन्ना मिलता भाई फेरू सच दाड़ी माण मिल जाता है। सतगुरु की सेवा प्रवान सफल हो जाती, पर शर्त एक जे को करे चित लाए। जिथे भी करता है, जो भी करता है, चित ला के करे। महाराज कौन होंदे ने? कहन लगे जिसनों आप मिलाए। याद रखना, जो कि सतगुरु की सेवा करता है वड्डे भागां वाला, तो वड्डे भागां दी निशानी कि फिर उन्होंने आप मिलांदा है। असीं सुनिया ना, बाहरों हुक्म किया भाई फिर तो मुश्कां बन के ले आओ, बन के आ गए जी। पुछया तो बाद मान के दिते, फिर हुण तक तो खीसा गुरु का सी,
हथ तेरा सी, पर अज तो बाद खीसा भी तेरा ते हथ भी तेरा। भाई आला सिंह नूं कलम दिती है महाराज ने परोपकार लिखण वास्ते, किसी वास्ते हुंडी लिख दी है। महाराज सख्ती करके पुछते हैं आला सिंह बिना पुछे हुंडी क्यों लिखी हो। आला सिंह 2 दिन दरबार 'च ही नहीं आउंदे, तीजे दिन आउंदे ने ते पोले पोले कंबदे हत्थां नाल चिट्ठी महाराज दे अगे रख देंदे ने। महाराज कहने लगे चिट्ठी किन लिखी हो? तुसीं लिखी है? कहने लगा महाराज मैं नहीं लिखी, तुहाडी कलम ने चिट्ठी लिखी है। तुसां कलम दिती ना, तुहाडी कलम ने चिट्ठी लिखी है। महाराज हस पे, कहने लगे कलम ने चिट्ठी लिखी है? कहने लगे जी हाँ। तो कलम ने की लिखी है कि मेरा मूँह सहज डुब डुब काला कर दे, परोपकार तो कोई लिखता ही नहीं। तो जे परोपकार नहीं लिखना तो मेरा फायदा की है। याद रखना जिन्होंने कलम मिली है, साइन पावर मिली है, किसी भी पद्धर ते मिली, अगर तुहाडी कलम तो तुहाडे साइन करके किसी का भला नहीं कर सकते तो तुसीं सिर्फ काला मूँह ही करवा रहे और कुछ नहीं कर रहे। तुहाडे साइन करके किसी का परोपकार होना चाहिए, किसी का भला होना चाहिए, किसी का नुकसान नहीं होना चाहिए। किसी के गरीब की रिजक रोटी ते लत्त ना मारियो, साइन पावर तुहाडे कोल है। परोपकार लिए लिखो। आला सिंह परोपकार लिखते हैं, जो कुछ लिखते हैं महाराज तो पुछते नहीं, पुछते पर परोपकार करते हैं। तो महाराज पुछते कहने लगे मोहर भी रखना फिर अपने को, मोहर लवाने वास्ते मेरे को क्यों ना, ये भी लगाई जा, क्योंकि परोपकार वास्ते हक मिलते हैं। आप मिलाए आप मिल लेंदे ने। फिर उन्हें की मिलता है? ਜਿਹੜੇ सेवा करते हैं चित ला के मिला लेंदा सतगुरु, उन्होंने कहते हर रस पी जन सदा तृप्ता से। फिर उन्हें हर रस पींदे ने सदा तृप्त। उन्हें कीता की बाबा? कहने लगे विचों आप गवाए, उन्होंने विचों आपे नूं मैं नूं कढ़ दिता, जो कुछ है सो तेरा। उन्हें इत्थे पहुँचा लिया अपने, मेरा मुझ में किछ नहीं, जो कुछ है सो तेरा। किरत करते हैं, विहार करते हैं, कर्म करते हैं, धर्म करते हैं, जो भी करते हैं, तेरा तुझको सौंपते क्या लाग गए मेरा। सब सौंप दिता, विचों आप गवाए। तो जे समझ ना आया तो फिर एक बार सुनना, यह जग अंधा सब अंध कमावे। नहीं तो दुनिया अंधियां वांग कम करी, ते अंधे की खूह खाते टोए टिबे डिगते हैं। भेड़ चाल है कि मगर दूजा तुरिया जाता है। जे धर्म दे विच भेड़ चाल है तो सब अंधे ने। असी अंधे नहीं बनना, हो सुजाके लियो पिछाण। असी गुरु के सिख हाँ, साडे ज्ञान के नेत्र खुलने चाहिए ने। नहीं तो दुनिया ते विकारां करके ये जग अंधा सब अंध कमावै, बिन गुरु मग ना पाए। प्यारे गुरु तो बिना मार्ग नहीं जे सुझदा। गुरुदेव कृपा करन, असी गुरु की साखी पढ़िए, गुरु की साखी सुनिए, गुरु की सिक्ख्या साखी विचारिए, तो उस तो मार्गदर्शन लईए। गुरु की सिक्ख्या साखी पूजन वास्ते नहीं, मार्गदर्शन वास्ते। लैंप पोस्ट है साढ़े वास्ते, यदि रहनुमाई में असीं अपना सफ़र तय करना है। इस तो बिना मार्ग नहीं जी मिलता। नानक सतगुर मिलिए मिलै तां अखीं वेखै। जदों मिलदे गुरु के ज्ञान प्रकाश विच, फिर इन्हां नेत्रां दे नाल संसार सुझदा है, मार्ग दिस पैंदा है, जिन्हों कि परमात्मा दिस पैंदा है। घरै अंदर सच पाए, फिर उन्होंने सब किश घर में बाहर नाही पता लग जाता है। ते भी हम बाहर टोला सो भरम भुलाही भटकदा। गुरुदेव कृपा करन असीं किते टिक सकीए, अरदास कर सकीए। हमरी गणत न गणियां काई, अपना बिरद पिछाण। हाथ दे राखे कर अपने, सदा सदा रंग मान। इतने को वचन प्रवान करना। भुल चुक दी खिमा, आसीस ते प्यार दिंदे फतेह बुलावना जी। वाहिगुरू जी का खालसा, वाहिगुरू जी।